ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। ਅਸੀਂ ਜਪਜੀ ਸਾਹਿਬ ਜੀ ਦੇ ਜੋ ਉਚਾਰਨ ਹਨ, ਮੀਨਸ ਪ੍ਰੋਨਾਂਸੀਏਸ਼ਨ, ਪੰਕਚੁਏਸ਼ਨ, ਮੀਨਿੰਗ ਵਿਦ ਐਗਜ਼ਾਮਪਲਸ, ਤਾਂ ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 21 ਪੌੜੀਆਂ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਸਰਵਣ ਕਰ ਚੁੱਕੇ ਹਾਂ। ਹੁਣ ਇਸ ਤੋਂ ਅੱਗੇ ਆਪਾਂ 22ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰਾਂਗੇ। ਇਹ ਜੋ ਅਸੀਂ ਅਰਥ ਕਰਦੇ ਹਾਂ ਗੁਰਬਾਣੀ ਦੇ, ਇਹ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਅਤੇ ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ। ਅਮੀਰ ਭੰਡਾਰ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਭਾਗ ਲਿਖੇ ਹਨ, ਸੰਤ ਕਿਰਪਾਲ ਸਿੰਘ ਜੀ ਨੇ ਉਸ ਦੇ ਮੁਤਾਬਕ, ਅਤੇ ਹੋਰ ਭਾਈ ਵੀਰ ਸਿੰਘ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਲਿਖਿਆ, ਰਾੜਾ ਸਾਹਿਬ ਸੰਪਰਦਾ ਨੇ ਜੋ ਗੁਰਬਾਣੀ ਐਕਸਪਲੋਰਰ, ਈਸ਼ਰ ਮਾਈਕਰੋਮੀਡੀਆ ਜੋ ਨੈੱਟ ਤੇ ਪਾਈ ਹੋਈ ਐਪ, ਉਸ ਦੇ ਵਿੱਚੋਂ ਵੀ ਅਰਥ ਭਾਵ ਲਏ ਗਏ ਹਨ। ਸੋ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ 3 ਪ੍ਰਕਾਰ ਦੇ ਵਿਸ਼ਰਾਮ ਮੰਨੇ ਹਨ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ ਦਾ ਮਤਲਬ ਹੁੰਦਾ ਥੋੜਾ ਜਿਹਾ ਰੁਕਣਾ। ਅਰਧ ਵਿਸ਼ਰਾਮ ਹੁੰਦਾ ਪਹਿਲਾਂ ਆਣੇ ਨਾਲੋਂ ਥੋੜਾ ਜਿਹਾ ਜ਼ਿਆਦਾ ਰੁਕਣਾ। ਪੂਰਨ ਵਿਸ਼ਰਾਮ ਮਤਲਬ ਕੰਪਲੀਟ, ਲਾਈਨ ਕੰਪਲੀਟ, ਪੰਕਤੀ ਕੰਪਲੀਟ ਹੋ ਗਈ, ਉੱਤੇ ਪੂਰਾ ਰੁਕਣਾ ਹੁੰਦਾ। ਸੋ ਅਲਪ ਵਿਸ਼ਰਾਮ ਮੀਨਸ a short pause. Ardha Vishram means a slightly longer pause than Alpa Vishram. And Purna Vishram means a full stop. ਇਸ ਤਰ੍ਹਾਂ ਦੇ 3 ਪ੍ਰਕਾਰ ਦੇ ਵਿਸ਼ਰਾਮ ਮੰਨੇ ਗਏ ਹਨ। ਥੋੜਾ ਜਿਹਾ ਰੁਕਣਾ, ਕਿਤੇ ਥੋੜਾ ਜਿਹਾ ਜ਼ਿਆਦਾ ਰੁਕਣਾ ਹੁੰਦਾ ਹੈ। ਸੋ ਉਹ ਜੋ ਅਲਪ ਵਿਸ਼ਰਾਮ, ਅਰਧ ਵਿਸ਼ਰਾਮ ਦੀ ਫੇਸ ਸ਼ਕਲਾਂ ਹਨ ਵੀ ਦੇਖਣ ਵਿੱਚ ਕਿਵੇਂ ਹੁੰਦੇ ਆ ਅਲਪ ਵਿਸ਼ਰਾਮ ਤੇ ਅਰਧ ਵਿਸ਼ਰਾਮ, ਉਹ ਤੁਸੀਂ ਜਦੋਂ ਆਪਾਂ ਕਿਸੇ ਵੀ ਪੌੜੀ ਦੇ ਅਰਥ YouTube ਤੇ ਦੇਖਦੇ ਹਾਂ ਤਾਂ ਉੱਥੋਂ ਐਰੋ ਨੂੰ ਕਲਿੱਕ ਕਰਕੇ ਦੇਖਣਾ, ਅੰਦਰ ਉਹਨਾਂ ਬਾਰੇ, ਉਹਨਾਂ ਦੀਆਂ ਸ਼ਕਲਾਂ, ਉਹਨਾਂ ਦਾ ਤਰੀਕਾ ਵੀ ਕਿਵੇਂ ਲੱਗਦੇ ਹਨ ਦੇਖਣ ਦੇ ਵਿੱਚ, ਅਲਪ ਵਿਸ਼ਰਾਮ, ਅਰਧ ਵਿਸ਼ਰਾਮ। ਸੋ ਆਓ ਆਪਾਂ ਹੁਣ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 22ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰਦੇ ਹਾਂ ਜੀ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਇਸ ਪੰਕਤੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ, ਲੱਖ ਦੇ ਉੱਪਰ ਰੁਕਣਾ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਇਹ ਜਿਹੜਾ ਪਾਤਾਲਾ ਪਾਤਾਲ ਤੇ ਆਗਾਸਾ ਆਗਾਸ ਦੇ ਵਿਚਾਲੇ ਲੱਖ ਸ਼ਬਦ ਆਉਂਦਾ ਹੈ, ਇਸ ਦਾ ਕੋਈ ਜ਼ਰੂਰੀ ਨਹੀਂ ਆ ਵੀ ਤੁਸੀਂ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ। ਇਹ ਜਿਹੜਾ ਲੱਖ ਹੈਗਾ, ਲੱਖ ਆਗਾਸਾ ਆਗਾਸ ਵੀ ਬੋਲਿਆ ਜਾ ਸਕਦਾ, ਪਾਤਾਲਾ ਪਾਤਾਲ ਲੱਖ ਐਵੇਂ ਬੋਲਿਆ ਜਾ ਸਕਦਾ। ਜਿਹੜਾ ਲੱਖ ਸ਼ਬਦ ਹੈਗਾ, ਇਸ ਨੂੰ ਦੋਵੇਂ ਪਾਸੇ ਲਾ ਦੇਵਾਂਗੇ। ਜੇ ਬੋਲਾਂਗੇ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਇਸ ਤਰੀਕੇ ਦੇ ਨਾਲ ਵੀ ਸਹੀ ਹੈ, ਕਰੈਕਟ ਹੈ ਵਿਸ਼ਰਾਮੇ ਦਾ। ਅਦਰਵਾਈਜ਼ ਅਸੀਂ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ
ਐ ਵੀ ਬੋਲਾਂਗੇ ਤਾਂ ਇਸ ਦਾ ਜਿਹੜਾ ਉਚਾਰਨ ਹੈਗਾ ਜਾਂ ਵਿਸ਼ਰਾਮ ਹੈ ਉਹ ਵੀ ਕਰੈਕਟ ਮੰਨਿਆ ਜਾਊਗਾ। ਸੋ ਇਹ ਦੋਵੇਂ ਪਾਸੇ ਜਿਹੜਾ ਲੱਖ ਸ਼ਬਦ ਹੈ ਦੋਵੇਂ ਪਾਸੇ ਲੱਗ ਸਕਦਾ। ਇਸ ਨੂੰ ਕਹਿੰਦੇ ਆ ਦੇਲੀ ਦੀਪਕ ਵਿਸ਼ਰਾਮ। ਇਹ ਜਿਹੜਾ ਦੇਲੀ ਦੀਪਕ ਵਿਸ਼ਰਾਮ ਹੁੰਦਾ ਹੈ, ਨੋਰਮਲ ਤਾਂ ਆਪਾਂ ਗੱਲ ਕਰਦੇ 3 ਵਿਸ਼ਰਾਮਾਂ ਦੀ, ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਇੱਕ ਦੇਲੀ ਦੀਪਕ ਵਿਸ਼ਰਾਮ ਹੁੰਦਾ ਹੈ। ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਪੰਕਤੀਆਂ ਹੈ ਜਿਹੜੀਆਂ ਉਹ ਇੱਧਰ ਵੀ ਲੱਗ ਜਾਂਦੀ ਹੈ ਔਰ ਇੱਧਰ ਵੀ ਲੱਗ ਜਾਂਦਾ। ਉਹਦਾ ਜਿਹੜਾ ਵਿਸ਼ਰਾਮ ਹੈ ਇੱਧਰ ਵੀ ਲਾ ਸਕਦੇ ਹਾਂ, ਉੱਧਰ ਵੀ ਲਾ ਸਕਦੇ ਹਾਂ। ਉਹਨੂੰ ਕਹਿੰਦੇ ਦੇਲੀ ਦੀਪਕ ਵਿਸ਼ਰਾਮ। ਦੇਲੀ ਦੀਪਕ ਵਿਸ਼ਰਾਮ ਮੀਨਸ ਐਗਜ਼ਾਮਪਲੀ ਮੰਨ ਲਓ ਜਿਵੇਂ ਸਾਡੀ ਡੋਰ ਹੈ, ਕਮਰੇ ਦਾ ਡੋਰ ਹੈ ਜਾਂ ਦਰਵਾਜ਼ੇ ਦਾ ਮੇਨ ਡੋਰ ਹੈ ਸਾਡੇ ਘਰ ਦਾ, ਤਾਂ ਉਹਨੂੰ ਪੰਜਾਬੀ 'ਚ ਕਹਿੰਦੇ ਦੇਲੀ। ਦੇਲੀ ਮੀਨਸ ਦਰਵਾਜ਼ਾ। ਦੇਲੀ ਮੀਨਸ ਦਰਵਾਜ਼ਾ, ਦਰਵਾਜ਼ਾ ਮੀਨਸ ਡੋਰ। ਓਕੇ, ਜਿਵੇਂ ਤੁਸੀਂ ਦੀਪਕ ਮੀਨਸ ਲੈਂਪ, ਮੋਮਬੱਤੀ, ਦੀਵਾ। ਜਿਵੇਂ ਤੁਸੀਂ ਕਿਸੇ ਵੀ ਲੈਂਪ ਨੂੰ ਜਾਂ ਦੀਵੇ ਨੂੰ, ਉਹ ਜਿਹੜਾ ਮੇਨ ਡੋਰ ਹੈਗਾ, ਮੰਨ ਲਓ ਤੁਹਾਡੇ ਰੂਮ ਦਾ ਡੋਰ ਹੈ, ਤਾਂ ਉਸ ਡੋਰ ਦੇ ਵਿੱਚ ਤੁਸੀਂ ਇੱਕ ਕੈਂਡਲ ਰੱਖੋ ਜਾਂ ਦੀਵਾ ਜਗਾਓ, ਕੁਛ ਵੀ ਕਹੋ, ਕੈਂਡਲ, ਦੀਵਾ, ਲੈਂਪ, ਕੁਛ ਵੀ। ਜਦੋਂ ਤੁਸੀਂ ਉਸ ਦਰਵਾਜ਼ੇ ਦੇ ਵਿੱਚ ਰੱਖੋਗੇ ਤਾਂ ਉਸ ਦੀ ਜਿਹੜੀ ਲਾਈਟ ਹੈਗੀ ਆ, ਉਸ ਦੀ ਰੋਸ਼ਨੀ ਹੈ, ਉਹ ਕਮਰੇ ਦੇ ਵਿੱਚ ਵੀ ਦਿਖਾਈ ਦੇਊਗੀ ਅਤੇ ਬਾਹਰ, ਕਮਰੇ ਤੋਂ ਬਾਹਰ ਤੁਹਾਡੀ ਲੌਬੀ ਦੇ ਵਿੱਚ ਵੀ ਉਹਦੀ ਲਾਈਟ ਹੋਊਗੀ। ਡੋਰ ਦੇ ਸੈਂਟਰ ਦੇ ਵਿੱਚ ਰੱਖੀ ਹੋਈ ਕੈਂਡਲ ਕਮਰੇ ਵਿੱਚ ਵੀ ਚਾਨਣ ਦਿੰਦੀ ਹੈ ਅਤੇ ਬਾਹਰ ਵੀ ਚਾਨਣ ਦਿੰਦੀ ਹੈ। ਉਸ ਨੂੰ ਕਹਿੰਦੇ ਆ ਦੇਲੀ ਦੀਪਕ। ਜਿਵੇਂ ਉਹ ਕੈਂਡਲ ਦੋਵੇਂ ਪਾਸੇ ਚਾਨਣ ਦਿੰਦੀ ਹੈ, ਉਸੇ ਤਰੀਕੇ ਨਾਲ ਉਸ ਨੂੰ ਕਹਿੰਦੇ ਦੇਲੀ ਦੀਪਕ। ਵੀ ਜਿਵੇਂ ਦੀਵਾ ਵਿਚਾਲੇ ਰੱਖਿਆ ਹੋਇਆ ਦੋਵੇਂ ਪਾਸੇ ਚਾਨਣ ਦਿੰਦਾ ਹੈ, ਇਵੇਂ ਜਿਵੇਂ ਦੇਲੀ ਦੀਪਕ ਦਾ ਵਿਸ਼ਰਾਮ ਦਾ ਮਤਲਬ ਹੁੰਦਾ ਹੈ ਵੀ ਇਹ ਜਿਹੜਾ ਲੱਖ ਸ਼ਬਦ ਆ, ਭਾਵੇਂ ਆਗਾਸਾ, ਆਗਾਸ ਨਾਲ ਲਾ ਲਓ, ਤੇ ਭਾਵੇਂ ਪਾਤਾਲਾ, ਪਾਤਾਲ ਦੇ ਨਾਲ ਲੱਖ ਵਰਡ ਨੂੰ ਲਾ ਲਓ, ਇਹ ਦੋਵੇਂ ਪਾਸੇ ਕਰੈਕਟ ਮੰਨਿਆ ਜਾਊਗਾ। ਦੋਵੇਂ ਪਾਸੇ ਸਹੀ ਮੀਨਿੰਗ ਬਣਨਗੇ ਤੇ ਸਹੀ ਵਿਸ਼ਰਾਮ ਮੰਨਿਆ ਜਾਊਗਾ। ਕਰੈਕਟ। ਇਸੇ ਤਰ੍ਹਾਂ ਅਸੀਂ ਲੱਖ ਆਗਾਸਾ, ਆਗਾਸ ਵੀ ਕਹਿ ਸਕਦੇ ਹਾਂ, ਅਸੀਂ ਪਾਤਾਲਾ, ਪਾਤਾਲ, ਲੱਖ ਵੀ ਕਹਿ ਸਕਦੇ ਹਾਂ। ਓਕੇ, ਸੋ ਅਸੀਂ ਇੱਥੇ ਵਿਸ਼ਰਾਮ ਲੱਖ ਤੇ ਲਾਇਆ ਹੋਇਆ। ਪਾਤਾਲਾ, ਪਾਤਾਲ, ਲੱਖ, ਆਗਾਸਾ, ਆਗਾਸ, ਇਸ ਤਰ੍ਹਾਂ ਵਿਸ਼ਰਾਮ ਦੂਜੂ ਵੀ ਲਾ ਸਕਦੇ ਆ, ਨੈਵਰ ਮਾਈਂਡ। ਤਾਂ ਇੱਥੇ ਜਿਹੜਾ ਉਚਾਰਨ ਹੈ ਉਹ ਸਾਡੇ ਕੋਲੋਂ ਥੋੜਾ ਜਿਹਾ ਰੋਂਗ ਹੋ ਜਾਂਦਾ। ਅਸੀਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪਾਠ ਦਾ ਪ੍ਰੋਨਾਂਸੀਏਸ਼ਨ ਹੈਗੀ ਉਹ ਸੁਣਦੇ ਆ, ਗਲਤ ਕਰਦੇ, ਪ੍ਰੋਨਾਉਨ ਗਲਤ ਕਰਦੇ ਆ ਉਸਦਾ। ਬੋਲਣਗੇ ਪਤਾਲਾ, ਪਤਾਲ, ਲੱਖ, ਅਗਾਸਾ, ਅਗਾਸ। ਇਹ ਪੱਪੇ ਨੂੰ ਵੀ ਕੰਨਾ ਲੱਗਿਆ ਹੋਇਆ, ਪਾਤਾਲਾ, ਪਾਤਾਲ, ਦੋਵੇਂ ਪੱਪਿਆਂ ਨੂੰ ਕੰਨਾ ਲੱਗਿਆ। ਤਾਂ ਥੋੜੀ ਜਿਹੀ ਲੌਂਗ ਸਾਊਂਡ ਦੇਵਾਂਗੇ ਆਪਾਂ, ਪਾਤਾਲਾ, ਪਾਤਾਲ, ਇਸ ਤਰ੍ਹਾਂ ਬੋਲਣਾ। ਫਿਰ ਅੱਗੇ ਜਾ ਕੇ ਦੋਵਾਂ ਗੱਗਿਆਂ ਨੂੰ ਕੰਨਾ ਲੱਗਿਆ ਹੋਇਆ, ਅਸੀਂ ਬੋਲ ਦਿੰਦੇ ਹਾਂ ਨੋਰਮਲੀ ਅਗਾਸਾ, ਅਗਾਸ। ਜਿਹੜਾ ਰੋਂਗ ਉਚਾਰਨ ਹੈ ਇਹਦਾ। ਕਰੈਕਟ ਉਚਾਰਨ ਹੈਗਾ ਆੜੇ ਨੂੰ ਕੰਨਾ ਲਾ ਕੇ ਬੋਲਣਾ, ਆਗਾਸਾ, ਆਗਾਸ, ਆਗਾਸਾ, ਆਗਾਸ। ਐਵੇਂ ਥੋੜਾ ਜਿਹਾ ਲੌਂਗ ਸਾਊਂਡ ਦੇਣੀ ਹੈ, ਮੂੰਹ ਨੂੰ ਖੋਲ ਕੇ ਬੋਲਣਾ ਦੋਵਾਂ ਤੇ। ਪਾਤਾਲਾ, ਪਾਤਾਲ ਤੇ ਵੀ ਮੂੰਹ ਪੂਰਾ ਖੋਲਣਾ, ਆਗਾਸਾ, ਆਗਾਸ ਤੇ ਵੀ ਮੂੰਹ ਖੋਲ ਕੇ ਬੋਲਣਾ। ਸੋ ਇਸ ਤਰ੍ਹਾਂ ਦੁਬਾਰਾ ਫਿਰ ਆਪਾਂ ਰਿਪੀਟ ਕਰਦੇ ਹਾਂ ਦਾ ਉਚਾਰਨ। ਪਾਤਾਲਾ, ਪਾਤਾਲ, ਲੱਖ, ਆਗਾਸਾ, ਆਗਾਸ। ਇਸ ਪੰਕਤੀ ਦਾ ਅਰਥ ਹੈ ਕਿ ਧਰਤੀ ਦੇ ਹੇਠ ਹੋਰ ਲੱਖਾਂ ਹੀ ਧਰਤੀਆਂ ਹਨ। ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ ਉਸ ਧਰਤੀ ਦੇ ਥੱਲੇ ਵੀ ਲੱਖਾਂ ਹੀ ਧਰਤੀਆਂ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ ਆਗਾਸਾ, ਆਗਾਸ। ਆਗਾਸ ਮੀਨਸ ਇੱਥੇ ਆਸਮਾਨ, ਸਕਾਈ ਬਣੂਗਾ। ਆਸਮਾਨ, ਸਕਾਈ, ਵਰਲਡ। ਤਾਂ ਉਹ ਜਿਹੜਾ ਵਰਲਡ ਹੈ, ਵਰਲਡ ਦੇ ਵਿੱਚ ਸਾਰੀਆਂ ਧਰਤੀਆਂ ਤੇ ਆਕਾਸ਼ ਵੀ ਆ ਜਾਂਦੇ ਆ, ਬਟ ਆਗਾਸਾ, ਆਗਾਸ ਦਾ ਅਰਥ ਬਣੂਗਾ ਕਿ ਲੱਖਾਂ ਹੀ ਆਕਾਸ਼ ਹਨ, ਆਸਮਾਨ ਹਨ, ਸਕਾਈਜ਼ ਹਨ। ਤਾਂ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਬਗਦਾਦ ਗਏ ਸੀ ਨਾ, ਤੇ
ਉੱਥੋਂ ਦੇ ਜੋ ਪੀਰ ਸਨ, ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ, ਜਦੋਂ ਗੁਰੂ ਨਾਨਕ ਦੇਵ ਜੀ ਦੀ ਇਹ ਪੰਗਤੀ ਸੁਣੀ, ਜਦੋਂ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਸਨ, ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਜਦੋਂ ਪੀਰ ਦਸਤਗੀਰ ਨੇ ਸੁਣਿਆ ਤਾਂ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਇਸਲਾਮ ਵਿੱਚ ਤਾਂ 7 ਪਾਤਾਲ ਤੇ 7 ਆਕਾਸ਼ ਮੰਨੇ ਗਏ ਹਨ। ਇਸਲਾਮ ਵਿੱਚ 7 ਪਾਤਾਲ ਤੇ 7 ਆਕਾਸ਼ ਲਿਖੇ ਹਨ, ਪਰ ਤੁਸੀਂ ਤਾਂ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਾਤਾਲ ਕਹਿ ਦਿੱਤੇ ਹਨ। ਗੁਰੂ ਜੀ ਨੇ ਆਖਿਆ, ਭਾਈ ਜਿਸਨੇ ਜਿੰਨੇ ਵੀ ਦੇਖੇ ਹਨ ਉਹ ਓਨਿਆਂ ਦੀ ਹੀ ਗੱਲ ਕਰੇਗਾ ਨਾ। ਅਸੀਂ ਲੱਖਾਂ ਦੇਖੇ ਹਨ ਤਾਂ ਅਸੀਂ ਲੱਖਾਂ ਕਹਿ ਦਿੱਤੇ। ਇਸ ਤਰ੍ਹਾਂ ਆਪਣੀ ਨਜ਼ਰ ਦੇ ਹਿਸਾਬ ਦੇ ਨਾਲ ਹੈ। ਹੁਣ ਜਿਵੇਂ ਸਾਇੰਸ ਹੈ, ਅੱਗੇ ਤੋਂ ਅੱਗੇ ਤੁਰੀ ਜਾਂਦੀ, ਉਹਨਾਂ ਨੂੰ ਹੋਰ ਧਰਤੀਆਂ, ਹੋਰ ਬ੍ਰਹਿਮੰਡ ਮਿਲੀ ਜਾਂਦੇ ਹਨ ਉਹਨਾਂ ਨੂੰ, ਤਾਂ ਹੋਰ ਕਿੰਨੇ ਗ੍ਰਹਿ ਮਿਲ ਰਹੇ ਹਨ ਉਹਨਾਂ ਨੂੰ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਕੋਈ ਅੰਤ ਹੀ ਨਹੀਂ ਆਉਂਦਾ ਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਗੱਲ 500 ਸਾਲ ਪਹਿਲਾਂ ਕੀਤੀ ਸੀ ਵੀ ਲੱਖਾਂ ਹੀ ਆਕਾਸ਼ ਹਨ, ਲੱਖਾਂ ਹੀ ਧਰਤੀਆਂ ਹਨ, ਲੱਖਾਂ ਹੀ ਗ੍ਰਹਿ ਹਨ। ਦੈਨ ਅਗਲੀ ਪੰਕਤੀ ਤੇ ਚੱਲਦੇ ਹਾਂ ਆਪਾਂ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਇੱਥੇ ਇੱਕੋ ਹੀ ਵਿਸ਼ਰਾਮ ਹੈ ਇਸ ਪੰਕਤੀ ਦੇ ਵਿੱਚ, ਥੱਕੇ ਤੇ। ਓੜਕ ਓੜਕ ਭਾਲ ਥੱਕੇ ਵਿਸ਼ਰਾਮ, ਵੇਦ ਕਹਿਣ ਇੱਕ ਬਾਤ, ਇਸ ਤਰੀਕੇ ਨਾਲ। ਸੋ ਇਹ ਜਿਹੜਾ ਥੱਕੇ ਸ਼ਬਦ ਹੈ ਨਾ, ਇਸ ਨੂੰ ਅਸੀਂ ਥੱਥੇ ਨੂੰ ਅਧਕ ਵਾਂਗੂ, ਜੇ ਕਹਿ ਲਓ ਵੀ ਥੱਥੇ ਨੂੰ ਅਧਕ ਲਾ ਕੇ ਬੋਲਣੀ ਹੈ, ਜਾਂ ਅਸੀਂ ਇਦਾਂ ਕਹਿ ਲਈਏ ਵੀ ਥੱਥੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ। ਥਕੇ ਨਹੀਂ ਕਹਿਣਾਗਾ, ਓੜਕ ਓੜਕ ਭਾਲ ਥਕੇ, ਥਕੇ ਨਹੀਂ ਕਹਿਣਾਗਾ, ਥੱਕੇ ਬੋਲਣਾ। ਥੱਕੀ ਮੀਨਸ ਹੁੰਦਾ ਥੱਕ ਜਾਣਾ, ਥੱਕ ਜਾਣਾ। ਜਿਵੇਂ ਪੰਜਾਬੀ ਚ ਅਸੀਂ ਆਪਣੇ ਆਪ ਨੂੰ ਟਾਈਡ ਸਮਝਦੇ ਹਾਂ, ਥੱਕ ਗਏ ਹਾਂ, ਥੱਕੇ ਬੋਲਣਾ, ਥਕੇ ਨਹੀਂ ਕਹਿਣਾਗਾ। ਥਕੇ ਰੋਂਗ ਉਚਾਰਨ ਹੈ ਇਸਦਾ, ਠੀਕ ਹੈ। ਕਰੈਕਟ ਉਚਾਰਨ ਜਿਹੜਾ ਹੈਗਾ ਥੱਕੇ, ਥੱਕ ਗਏ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਇਸ ਪੰਕਤੀ ਦਾ ਅਰਥ ਇਹ ਬਣਦਾ ਹੈ ਕਿ 4 ਵੇਦ ਅਤੇ ਦੁਨੀਆ ਦੇ ਹੋਰ ਸਾਰੇ ਧਾਰਮਿਕ ਗ੍ਰੰਥ ਇੱਕੋ ਹੀ ਗੱਲ ਆਖਦੇ ਹਨ ਕਿ ਰੱਬ ਦੇ ਹੱਦ ਬੰਨਿਆਂ ਨੂੰ ਲੱਭਦੇ ਲੱਭਦੇ ਦੁਨੀਆ ਦੇ ਵਿਦਵਾਨ ਤੇ ਖੋਜੀ ਥੱਕ ਗਏ ਹਨ। ਜਿਹੜੇ ਸਕਾਲਰਜ਼ ਹਨ ਪੂਰੀ ਦੁਨੀਆ ਭਰ ਦੇ, ਭਾਵੇਂ ਕਿਸੇ ਹੀ ਧਰਮ ਦੇ ਸਕਾਲਰਜ਼ ਹੋਣ ਜਾਂ ਸਾਇੰਸ ਦੇ ਸਕਾਲਰਜ਼ ਹੋਣ, ਸਾਰੇ ਭਾਲ ਭਾਲ ਕੇ ਥੱਕ ਗਏ ਹਨ। ਤੇ ਇਹ 4 ਵੇਦ ਵੀ ਇਹੋ ਗੱਲ ਕਹਿੰਦੇ ਆ, ਤੇ ਜੋ ਵੀ ਧਾਰਮਿਕ ਦੁਨੀਆ ਦੇ ਹੋਰ ਧਾਰਮਿਕ ਗ੍ਰੰਥ ਹਨ ਉਹ ਵੀ ਇਹੋ ਗੱਲ ਕਹਿੰਦੇ ਕਿ ਰੱਬ ਦਾ ਕੋਈ ਅੰਤ ਨਹੀਂ ਆ, ਉਹਦਾ ਕੋਈ ਪਤਾ ਨਹੀਂ ਲੱਗਦਾ ਕਿੰਨਾ ਕੁ ਵੱਡਾ ਹੈ। ਲੋਕ ਉਸ ਨੂੰ ਲੱਭਦੇ ਲੱਭਦੇ ਥੱਕ ਗਏ ਹਨ, ਹਾਰ ਗਏ ਹਨ। ਦੈਨ ਸਹਿਸ 18 ਕਹਿਨ ਕਤੀਬਾ, ਅਸਲੂ ਇੱਕ ਧਾਤ। ਸੋ ਇੱਥੇ ਕੋਈ ਵਿਸ਼ਰਾਮ ਆਊਗਾ, ਕਤੀਬਾ ਦੇ ਉੱਪਰ ਵਿਸ਼ਰਾਮ ਆਉਣਾ। ਸਹਿਸ 18 ਕਹਿਨ ਕਤੀਬਾ ਵਿਸ਼ਰਾਮ, ਅਸਲੂ ਇੱਕ ਧਾਤ। ਇਸ ਤਰੀਕੇ ਨਾਲ ਤਾਂ ਇੱਥੇ ਜਿਹੜਾ ਉਚਾਰਨ ਹੈ 18 ਬੋਲਦਾ ਹੈ, ਅਸੀਂ ਉਚਾਰਨ ਰੌਂਗ ਸੌਂਗ ਕਿੱਥੇ ਕਰਦੇ ਹਾਂ? ਸਹਿਸ 18 ਬੋਲਾਂਗੇ। 18 ਕਹਿਣ ਕਤੀਬਾ, 18 ਜਦੋਂ ਬੋਲਦੇ ਆ ਉਹ ਰੌਂਗ ਪ੍ਰਨਾਉਨ ਹੋ ਜਾਂਦੀ ਆ, ਬਿਲਕੁਲ ਰੌਂਗ। ਹਾਹਾ ਜਿਹੜਾ ਹੈਗਾ ਉਹ ਅਸੀਂ ਖਾ ਜਾਂਦੇ ਆ, ਉਸ ਨੂੰ ਬੋਲਦੇ ਨਹੀਂ ਗੇ, ਉਸ ਦੀ ਸਾਊਂਡ ਹੀ ਨਹੀਂ ਨਿਕਲਦੀ ਗੀ। ਸੋ 18 ਨਹੀਂ ਬੋਲਣਾ, ਇਸ ਨੂੰ 18 ਹੈ, 18 ਹੈ ਇਸ ਤਰ੍ਹਾਂ ਬੋਲਣਾ। 18 ਹੈ ਐ ਵੀ ਲੌਂਗ ਸਾਊਂਡ ਵੀ ਨਹੀਂ ਦੇਣੀ, ਸ਼ਾਰਟ ਸਾਊਂਡ ਦੇਣੀ ਆ। 18 ਹੈ ਇੰਨਾ ਕੀ ਬੋਲਣਾ, 18 ਹੈ ਇਸ ਤਰੀਕੇ ਨਾਲ। ਜਿਹੜਾ ਇਸ ਦੇ ਅੱਗੇ ਲੱਗਿਆ ਹੋਇਆ ਸਹਿਸ, ਇਸ ਨੂੰ ਥੋੜਾ ਜਿਹਾ ਅਸੀਂ ਲੰਬਾ ਕਰਕੇ ਬੋਲ ਦਿੰਦੇ ਹੁੰਦੇ, ਸਹਿਸ ਸਹਿਸ ਸਹਿਸ। ਏਦਾਂ ਨਹੀਂ, ਸਹਿਸ ਨਹੀਂ ਬੋਲਣਾ, ਸਹਿਸ ਸਹਿਸ ਏਦਾਂ ਬੋਲਣਾ, ਸਹਿਸ ਨਹੀਂ ਬੋਲਣਾ, ਇਹ ਰੋਂਗ ਉਚਾਰਨ ਹੈ। ਸਹਿਸ ਇਸ ਤਰ੍ਹਾਂ ਬੋਲਣਾ, ਸਹਿਸ
ਸੱਸਾ ਹਾਹਾ ਸੱਸਾ। ਵੈਸੇ ਜਿਹੜੇ ਸੰਪਰਦਾਈ ਜਿਹੜੇ ਸਿੰਘ ਹੈ ਉਹ ਸਹਸ ਬੋਲਦੇ ਇਸ ਨੂੰ। ਸਹਸ ਦਾ ਮਤਲਬ ਹੁੰਦਾ 100। ਓਕੇ, ਸਹਸ ਇੱਥੇ ਉਚਾਰਨ 'ਚ ਹੀ ਮੀਨਿੰਗ ਚੇਂਜ ਹੋ ਜਾਂਦਾ। ਸਹਸ ਬੋਲਾਂਗੇ 100 ਐਂਡ ਜੇ ਸਹਸ ਉਚਾਰਨ ਕਰਾਂਗੇ 1000। ਇੰਨਾ ਫਰਕ ਹੈ ਇਹਦਾ। ਸਹਸ ਬੋਲਣ ਦੇ ਨਾਲ 1000 ਮੀਨਿੰਗ ਬਣਦਾ, ਸਹਸ ਬੋਲਣ ਦੇ ਨਾਲ 100 ਮੀਨਿੰਗ ਬਣਦਾ। ਓਕੇ, ਇਸ ਤਰੀਕੇ ਨਾਲ। ਸੋ ਇਸ ਨੂੰ ਅਸੀਂ ਸਹਸ ਤੇ ਸਹਸ ਦੀ ਮਿਕਸ ਸਾਊਂਡ ਦੇਣੀ। ਸਹਸ ਉਠਾ ਹੈ ਇਸ ਤਰ੍ਹਾਂ, ਸਹਸ ਉਠਾ ਨਹੀਂ, ਸਹਸ ਉਠਾ ਹੈ ਕਹਿਨ ਕਤੇਬਾ ਅਸਲੂ ਇੱਕ ਧਾਤ। ਫਿਰ ਰਿਪੀਟ ਕਰਦੇ ਆਪਾਂ, ਸਹਸ ਉਠਾ ਹੈ ਕਹਿਨ ਕਤੇਬਾ ਅਸਲੂ ਇੱਕ ਧਾਤ। ਸੋ ਇਸ ਪੰਕਤੀ ਦਾ ਅਰਥ ਹੈ, ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ ਕਿ ਯਹੂਦੀ, ਈਸਾਈ ਤੇ ਮੁਸਲਮਾਨ ਆਪਣੇ ਆਪਣੇ ਗ੍ਰੰਥਾਂ ਵਿੱਚ 18000 ਆਲਮ ਭਾਵ 18000 ਧਰਤੀਆਂ ਲਿਖਦੇ ਹਨ। ਪਰ ਗੁਰੂ ਜੀ ਕਹਿੰਦੇ ਹਨ ਕਿ ਇਹ ਧਰਤੀਆਂ, ਇਹ ਆਲਮ ਕਿੰਨੇ ਵੀ ਹੋਣ ਗਿਣਤੀ ਦੇ ਵਿੱਚ, ਪਰ ਅਸਲ ਵਿੱਚ ਸਾਰਿਆਂ ਅੰਦਰ ਇੱਕੋ ਹੀ ਸਾਰ ਤੱਤ ਪਾਰ ਬ੍ਰਹਮ ਪਰਮੇਸ਼ਰ ਬੇਅੰਤ ਹੋ ਕੇ ਵਰਤਦਾ। ਸਹਸ 18000 ਕਹਿਨ ਕਤੇਬਾ, ਜਿਹੜੇ ਕਤੇਬ ਹਨ ਯਹੂਦੀਆਂ ਦੇ, ਈਸਾਈਆਂ ਦੇ, ਮੁਸਲਮਾਨ ਦੇ ਜਿਹੜੇ ਕਤੇਬ ਹਨ, ਕੁਰਾਨ ਹਨ, ਉਹ ਸਾਰੇ ਕਹਿੰਦੇ ਆ ਕਿ 18000 ਧਰਤੀਆਂ ਹਨ, 18000 ਆਲਮ ਹਨ। ਅਸਲੂ ਇੱਕ ਧਾਤ। ਅਸਲੂ ਦਾ ਮਤਲਬ ਹੋ ਗਿਆ ਅਸਲ ਵਿੱਚ, ਜਿਹੜੀ ਉਹਦੀ ਰਿਐਲਿਟੀ ਹੈ। ਅਸਲ ਵਿੱਚ ਇੱਕ ਧਾਤ। ਧਰਤੀਆਂ ਭਾਵੇਂ ਕਿੰਨੀਆਂ ਵੀ ਹੁਣ ਗੁਰੂ ਜੀ ਕਹਿੰਦੇ ਹਨ, ਪਰ ਅਸਲ ਵਿੱਚ ਧਾਤ ਮੀਨਸ ਹੁੰਦਾ ਕਿ ਉਹਦਾ ਸਾਰ ਤੱਤ। ਧਾਤ ਮੀਨਸ ਉਸ ਦਾ ਸਾਰ ਤੱਤ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਨੂੰ ਕਹਿੰਦੇ ਆ ਧਾਤ। ਜਿਵੇਂ ਰਿੰਗ ਹੁੰਦੀ ਹੈ, ਕੋਈ 7 ਧਾਤਾਂ ਦੀ ਹੁੰਦੀ ਹੈ। 7 ਧਾਤ ਮੀਨਸ ਕੋਪਰ, ਬਰਾਸ, ਆਇਰਨ, ਸਿਲਵਰ, ਗੋਲਡ, ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਧਾਤਾਂ ਹੁੰਦੀਆਂ ਇਹਨੂੰ ਧਾਤ ਕਹਿੰਦੇ ਆ। ਧਾਤਾਂ ਡਿਫਰੈਂਟ ਮੈਟਲ ਹੁੰਦੇ ਜਿਹੜੇ। ਤਾਂ ਇਸ ਤਰੀਕੇ ਨਾਲ ਇਵੇਂ ਜਿਵੇਂ ਗੁਰੂ ਜੀ ਕਹਿੰਦੇ ਆ ਵੀ ਕਿੰਨੀਆਂ ਹੀ ਧਰਤੀਆਂ ਹੋਣ, ਕਿੰਨੇ ਹੀ ਬ੍ਰਹਿਮੰਡ ਹੋਣ, ਪਰ ਅਸਲ ਦੇ ਵਿੱਚ ਸਾਰੀਆਂ ਧਰਤੀਆਂ ਜਾਂ ਸਾਰੇ ਬ੍ਰਹਿਮੰਡਾਂ ਦੇ ਵਿੱਚ ਆਪ ਵਾਹਿਗੁਰੂ ਵਸਿਆ ਹੋਇਆ ਹੈ। ਪਰਮਾਤਮਾ ਆਪ ਵਸਿਆ ਹੋਇਆ। ਹਜ਼ਾਰਾਂ ਸੰਤ ਤੇ ਸਾਰੇ ਧਾਰਮਿਕ ਗ੍ਰੰਥ, ਸਾਰੇ ਧਰਮਾਂ ਦੇ ਗ੍ਰੰਥ ਤੇ ਹਜ਼ਾਰਾਂ ਸੰਤ, 18 ਪੁਰਾਣ, 4 ਵੇਦ, ਕਤੇਬ, ਜੰਬੂਰ, ਤੌਰੇਤ, ਬਾਈਬਲ ਅਤੇ ਕੁਰਾਨ ਮਜੀਦ, ਇਹ ਸਾਰੇ ਇੱਕ ਆਵਾਜ਼ ਵਿੱਚ ਹੀ ਇੱਕੋ ਹੀ ਗੱਲ ਕਹਿੰਦੇ ਹਨ ਕਿ ਪਰਮ ਸ਼ਕਤੀਮਾਨ ਪਰਮਾਤਮਾ ਪਰਮ ਸੱਚ ਹੈ। ਜਦ ਕਿ ਸਾਰੀ ਸਮਗਰੀ, ਸਾਰੀ ਮਾਇਆ ਨਕਲੀ ਹੈ, ਖਤਮ ਹੋਣ ਵਾਲੀ ਹੈ। ਬਟ ਜਿਹੜਾ ਸਰਵ ਸ਼ਕਤੀਮਾਨ ਪਰਮਾਤਮਾ ਹੈ ਉਹ ਪਰਮ ਸੱਚ ਹੈ ਅਤੇ ਹਮੇਸ਼ਾ ਰਹਿਣ ਵਾਲਾ ਹੈ ਤੇ ਹਰ ਥਾਂ ਤੇ ਹੈ। ਅੱਗੇ ਚੱਲਦੇ ਹਾਂ ਜੀ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਇਹ ਲਿਖੀਐ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ। ਲੇਖਾ ਹੋਏ ਤਾਂ ਲਿਖੀਐ ਵਿਸ਼ਰਾਮ, ਲੇਖੈ ਹੋਏ ਵਿਨਾਸ਼। ਹੁਣ ਇਸ ਪੰਕਤੀ 'ਚ ਇੱਕੋ ਹੀ ਵਿਸ਼ਰਾਮ ਆਇਆ ਲਿਖਿਆ ਤੇ, ਪਰ ਇਹਦਾ ਉਚਾਰਨ ਤਕਰੀਬਨ ਠੀਕ ਹੁੰਦਾ ਵੀ ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਲੇਖੈ। ਹੁਣ ਇੱਥੇ ਕਈ ਵਾਰੀ ਅਸੀਂ ਸੁਣ ਲੈਂਦੇ ਹਾਂ ਵੀ ਗਲਤ ਉਚਾਰਨ ਹੁੰਦਾ ਲੇਖੇ ਦਾ। ਅਸੀਂ ਬੋਲਦੇ ਹਾਂ ਲੇਖੇ ਹੋਏ ਵਿਨਾਸ਼। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਜਾਂ ਲਿਖੀਐ ਨੂੰ ਵੀ ਲਿਖੀਏ ਬੋਲ ਦਿੰਦੇ ਹਾਂ ਅਸੀਂ ਕਈ ਵਾਰੀ। ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਆਪਦੀ ਮਰਜ਼ੀ ਨਾਲ ਹੀ ਬੋਲ ਦਿੰਦੇ ਹਾਂ ਅਸੀਂ। ਇਹ ਐੜਾ ਲੱਗਿਆ ਹੋਇਆ ਲਿਖੀਐ ਬੋਲਣਾ, ਲਿਖੀਏ ਨਹੀਂ ਬੋਲਣਾ ਗਾ।
ਲਿਖੀਐ। ਫਿਰ ਅੱਗੇ ਲੇਖੇ ਹੋਏ ਬਣਾਸ, ਲੇਖੇ ਨੂੰ ਵੀ ਗਲਤ ਬੋਲਦੇ ਹਾਂ ਅਸੀਂ, ਖੱਖੇ ਨੂੰ ਦੋ ਲਾਵਾਂ ਲੱਗੀਆਂ ਹੋਈਆਂ, ਖੈ ਬੋਲਣਾ, ਖੈ, ਖੱਖੇ ਦੋ ਲਾਵਾਂ ਖੈ, ਖੱਖੇ ਦੋ ਲਾਵਾਂ ਖੈ, ਲੇਖੈ, ਇਸ ਤਰ੍ਹਾਂ ਬੋਲਣਾ। ਤੋ ਦੁਬਾਰਾ ਰਿਪੀਟ ਕਰੀਏ ਪੰਕਤੀ ਨੂੰ ਆਪਾਂ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਇਸ ਦਾ ਅਰਥ ਬਣਦਾ ਕਿ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਕੋਈ ਹਿਸਾਬ ਕਿਤਾਬ ਹੋਵੇ ਤਾਂ ਲਿਖੀਏ, ਲੇਖਾ ਹੋਏ ਤਾਂ ਲਿਖੀਏ। ਮਤਲਬ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਕੋਈ ਹਿਸਾਬ ਕਿਤਾਬ ਹੋਵੇ ਤਾਂ ਲਿਖੀਏ। ਇਨਸਾਨ ਤਾਂ ਲਿਖਦਾ ਤੇ ਬਿਆਨ ਕਰਦਾ ਮੁੱਕ ਜਾਂਦਾ। ਲੇਖਾ ਹੋਏ ਵਿਨਾਸ਼ ਮਤਲਬ ਜੋ ਬੰਦਾ ਹੈ ਉਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਹਿਸਾਬ ਕਿਤਾਬ ਲਿਖਦਾ ਹੀ ਮਰ ਜਾਂਦਾ, ਮੁੱਕ ਜਾਂਦਾ। ਕਿੰਨੀਆਂ ਚੀਜ਼ਾਂ, ਕਿੰਨੇ ਤਰ੍ਹਾਂ ਦੇ ਬੰਦੇ। ਹੁਣ ਬੰਦਾ ਗਿਣਨ ਦੇ ਵਿੱਚ ਤਾਂ ਮਨੁੱਖ ਇੱਕੋ ਹੀ ਗਿਣਾਂਗੇ ਵੀ ਆਹ ਬੰਦੇ, ਆਹ ਬੰਦਾ, ਆਹ ਚਿੜੀ, ਆਹ ਜਾਨਵਰ, 84 ਲੱਖ ਜੂਨਾਂ। ਹੁਣ ਕਈ ਸਵਾਲ ਕਰਦੇ ਜੀ ਐਵੇਂ 84 ਲੱਖ ਜੂਨਾਂ ਕਿਹੜੀਆਂ। ਬਹੁਤ ਸਾਰੇ ਲੋਕ ਸਾਡੇ ਧਰਮ ਦੇ ਪ੍ਰਚਾਰਕ ਹੀ ਗੱਲ ਕਰਦੇ ਆ, ਬੜੇ ਹੁੱਭ ਕੇ ਗੱਲ ਕਰਦੇ ਆ ਵੀ ਕਿਹੜੀਆਂ 84 ਲੱਖ ਜੂਨਾਂ, ਐਵੇਂ ਕਹੀ ਜਾਂਦੇ 84 ਲੱਖ ਗਿਣਦਿਆਂ ਗਿਣ ਕੇ ਦਿਖਾਓ। ਉਹਨਾਂ ਨੂੰ ਸ਼ਾਇਦ ਸਾਦਾ ਜਿਹਾ ਹੀ ਸਮਝ ਆਉਂਦਾ, ਜਿੰਨਾ ਕੁ ਉਹਨਾਂ ਦਾ ਬ੍ਰੇਨ ਆ ਉਨੀ ਕੁ ਉਹਨਾਂ ਨੂੰ ਗੱਲ ਦੀ ਸਮਝ ਆਉਂਦੀ ਆ। ਮਨੁੱਖ ਦੀਆਂ ਕਿੰਨੀਆਂ ਕਿਸਮਾਂ, ਇਹ ਵੀ ਜੂਨਾਂ ਹੁੰਦੀਆਂ। ਕਈ ਮਨੁੱਖ ਪਸ਼ੂਆਂ ਵਰਗੀ ਜੂਨ ਜਿਉਂਦੇ ਆ, ਦੁੱਖ ਦੇ ਵਿੱਚ ਹੀ ਰਹਿੰਦੇ ਆ। ਕਈ ਮਨੁੱਖ ਹੰਕਾਰੀ ਹੁੰਦੇ ਆ, ਕਈ ਮਨੁੱਖ ਨਿਮਰਤਾ ਵਾਲੇ ਹੁੰਦੇ ਆ, ਕਈ ਮਨੁੱਖ ਮਿੱਠ ਬੋਲੜੇ ਹੁੰਦੇ ਆ, ਕਈ ਮਨੁੱਖ ਕੌੜਾ ਬੋਲਣ ਵਾਲੇ ਹੁੰਦੇ ਆ, ਕਈ ਮਨੁੱਖ ਪਿਆਰ ਨਾਲ ਭਰੇ ਹੁੰਦੇ ਆ, ਕਈ ਮਨੁੱਖ ਨਫ਼ਰਤ ਨਾਲ ਭਰੇ ਹੁੰਦੇ ਆ। ਬੰਦੇ ਦੀਆਂ ਹੀ 100 ਕਿਸਮਾਂ ਗਿਣੀਆਂ ਗਈਆਂ। ਮਤਲਬ ਸੱਪ ਦੀਆਂ 101 ਕਿਸਮ ਗਿਣੀ ਗਈ, 101 ਟਾਈਪਸ ਦੇ ਸਨੇਕਸ ਹੁੰਦੇ ਆ। ਬਟ ਲਿਖਣ ਵਾਲਿਆਂ ਨੇ ਬੰਦੇ ਦੀਆਂ ਤਾਂ ਸੱਪ ਤੋਂ ਵੀ ਜ਼ਿਆਦਾ ਕਿਸਮਾਂ ਗਿਣੀਆਂ, ਕੈਟਾਗਰੀਜ਼ ਗਿਣੀਆਂ ਹੋਈਆਂ। ਸੋ ਕਿੰਨੀਆਂ ਕਿਸਮਾਂ ਦਾ ਤਾਂ ਮਨੁੱਖ ਹੀ ਬਣ ਹੈਗਾ, ਕਿੰਨੀਆਂ ਕਿਸਮਾਂ ਦੇ ਜਾਨਵਰ ਹੀ ਹੋ ਜਾਂਦੇ ਆ। ਇਸ ਤਰ੍ਹਾਂ ਇੱਕ ਜਾਨਵਰ ਦੀਆਂ ਕਈ ਕੈਟਾਗਰੀਜ਼ ਹਨ। ਤਾਂ ਗੁਰੂ ਜੀ ਨੇ ਲਿਖਿਆ ਵੀ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਹਿਸਾਬ ਕਿਤਾਬ ਤਾਂ ਲਿਖੀਏ ਜੇ ਕੋਈ ਲਿਖਿਆ ਜਾਵੇ ਤਾਂ ਸਾਡੇ ਕੋਲ। ਬੰਦਾ ਤਾਂ ਲਿਖਦਾ ਹੀ ਬਿਆਨ ਕਰਦਾ ਲੋਕਾਂ ਨੂੰ ਦੱਸਦਾ ਹੀ ਮੁੱਕ ਜਾਂਦਾ। ਉਸ ਬਾਰੇ ਲਿਖਣ ਵਾਲਾ ਆਪ ਖਤਮ ਹੋ ਜਾਂਦਾ, ਪਰ ਉਸ ਦੇ ਬ੍ਰਹਮ ਬਾਰੇ ਪੂਰੀ ਤਰ੍ਹਾਂ ਲਿਖਿਆ ਨਹੀਂ ਜਾ ਸਕਦਾ। ਉਸ ਕੋਲੋਂ ਬ੍ਰਹਮ ਬਾਰੇ ਪੂਰੀ ਤਰ੍ਹਾਂ ਲਿਖਿਆ ਨਹੀਂ ਜਾ ਸਕਦਾ, ਪਰ ਉਹਦੇ ਬਾਰੇ ਲਿਖਦਾ ਆਪ ਖਤਮ ਹੋ ਜਾਂਦਾ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਇੱਥੇ 2 ਵਿਸ਼ਰਾਮ ਹੈ, ਨਾਨਕ ਤੇ ਥੋੜਾ ਜਿਹਾ ਰੁਕਾਂਗੇ, ਅਲਪ ਵਿਸ਼ਰਾਮ। ਆਖੀਐ ਤੇ ਵੀ ਵਿਸ਼ਰਾਮ ਹੈ, ਇਹਨੂੰ ਅਰਧ ਵਿਸ਼ਰਾਮ ਕਹਿੰਦੇ ਆ। ਆਖੀਐ ਤੇ ਥੋੜਾ ਜਿਹਾ ਜ਼ਿਆਦਾ ਰੁਕਾਂਗੇ ਤੇ ਨਾਨਕ ਤੇ ਥੋੜਾ ਜਿਹਾ ਘੱਟ ਰੁਕਾਂਗੇ। ਨਾਨਕ ਵੱਡਾ ਆਖੀਐ, ਇਸ ਤਰ੍ਹਾਂ ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਇਸ ਤਰ੍ਹਾਂ ਨਾਨਕ ਵਿਸ਼ਰਾਮ, ਵੱਡਾ ਆਖੀਐ ਵਿਸ਼ਰਾਮ, ਆਪੇ ਜਾਣੈ ਆਪ, ਇਸ ਤਰ੍ਹਾਂ। ਸੋ ਆਪਾਂ ਫਿਰ ਰਿਪੀਟ ਕਰਦੇ ਪੰਕਤੀ ਨੂੰ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਨਾਨਕ ਤੇ ਤਾਂ ਰੁਕਦੇ ਆ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ। ਨਾਨਕ ਤੇ ਵਿਸ਼ਰਾਮ ਤਾਂ ਲਿਆ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਆਖਦੇ ਹਨ। ਕੀ ਆਖਦੇ ਹਨ? ਹੇ ਭਾਈ, ਉਸ ਵਾਹਿਗੁਰੂ ਨੂੰ ਵੱਡਾ ਆਖੋ। ਵੱਡਾ ਆਖੀਏ ਮਤਲਬ ਵੱਡਾ ਆਖੋ, ਵੱਡੇ ਤੋਂ ਵੱਡਾ ਆਖੋ। ਆਪੇ ਜਾਣਾ ਆਪ ਦਾ ਅਰਥ ਹੈ ਕਿਉਂਕਿ ਉਹ ਆਪੇ ਹੀ ਆਪਣੇ ਆਪ ਨੂੰ ਜਾਣਦਾ। ਉਹ ਪ੍ਰਮਾਤਮਾ ਹੀ ਆਪਣੇ ਆਪ ਨੂੰ ਜਾਣਦਾ, ਹੋਰ ਉਹਦੇ ਬਾਰੇ ਕੋਈ ਕੁਝ ਨਹੀਂ ਜਾਣਦਾ। ਇਸ ਤਰੀਕੇ ਦੇ ਨਾਲ ਸੋ ਇੱਥੋਂ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 22 ਪੌੜੀਆਂ 22 ਪੌੜੀਜ਼ ਅਸੀਂ ਸੁਣੀਆਂ। ਉਸ ਦੇ ਅਰਥ, ਉਚਾਰਨ, ਵਿਸ਼ਰਾਮ ਵਿਦ ਐਗਜ਼ਾਮਪਲਸ
ਪ੍ਰਮਾਣਾ ਸਹਿਤ ਸਰਵਣ ਕੀਤੇ ਆ। ਸੋ ਇਸ ਤੋਂ ਅੱਗੇ ਆਪਾਂ 30ਵੀਂ ਪੌੜੀ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਅਗਲੇ ਪਾਠ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।